ਸਤਿਨਾਮ ਸਤਿਗੁਰ ਕੀ ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਨੋ ਕਰ ਮਾਨੈ। ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਨੋ ਕਰ ਮਾਨੈ। ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰਹਿ ਸੋਈ ਸੋਈ ਜਾਣੈ। ਰਹਿ ਨ ਕਛੁਐ ਛਾਨੀ ਰਹਾਉ ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ। ਬਹੁਤ ਜੋਨ ਭਰਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰਾ। ਦੇ ਕਿਵਾੜ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ
ਤਬ ਕੌਣ ਪੜਦਾ ਤੇਰਾ ਢਾਕੈ। ਦੀਨ ਦਿਆਲ ਪੂਰਨ ਦੁਖ ਭੰਜਨ। ਤੁਮ ਬਿਨ ਓਟ ਨਾ ਕਾਈ। ਕਾਢ ਲਿਓ ਸੰਸਾਰ ਸਾਗਰ ਮਹਿ। ਨਾਨਕ ਪ੍ਰਭ ਸਰਨਾਈ। ਦੀਨ ਦਿਆਲ ਪੂਰਨ ਦੁਖ ਭੰਜਨ। ਤੁਮ ਬਿਨ ਓਟ ਨਾ ਕਾਈ। ਕਾਢ ਲਿਓ ਸੰਸਾਰ ਸਾਗਰ ਮਹਿ। ਨਾਨਕ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜੋ ਅੱਜ ਸਾਨੂੰ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਹਰੀ ਦੇ ਮੰਦਰ ਵਿੱਚੋਂ ਆਵਾਜ਼ਾ ਆਇਆ ਹੈ, ਜੋ ਸ਼੍ਰੀ ਮੁਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰੈ। ਦੇਵਨ ਹਾਰ ਨਾ ਜਾਣੈ। ਰਾਗ ਹੈ ਸੋਰਠ। ਬਾਣੀ ਦੇ ਉਚਾਰਨ ਕਰਤਾ ਹਨ ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ। ਮਹਾਰਾਜ ਦਾ ਅੰਗ ਹੈ 616। ਸੱਚੇ ਪਾਤਸ਼ਾਹ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇਹ ਮਨੁੱਖ
ਤੂੰ ਮਾਇਆ ਦੇ ਮੋਹ ਵਿੱਚ ਮਗਨ ਹੈ, ਮਸਤ, ਅੰਧਿਆਰ ਹੈ, ਦੇਵਨ ਹਾਰ ਨਾ ਜਾਣੈ, ਉਹ ਅੰਧਿਆ। ਕੀ ਤੈਨੂੰ ਇਹ ਨਹੀਂ ਪਤਾ ਦੇਣ ਵਾਲਾ ਇਸ ਮਾਇਆ ਨੂੰ ਕੌਣ ਹੈ? ਮਾਇਆ ਦਾ ਨਾਂ ਇੱਕ ਹੈ, ਮਾਇਆ ਦਾ ਰੂਪ ਇੱਕ ਨਹੀਂ ਹੈ। ਇਹ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਈ ਰੰਗਾਂ ਦੀ, ਕਈ ਭਾਂਤਾਂ ਦੀ ਇਸ ਮਾਇਆ ਦੀਆਂ ਕਈ ਜਿਨਸਾਂ ਨੇ। ਪੰਜਾਬ ਦੇ ਵਿੱਚ ਇੱਕ ਸ਼ਬਦ ਪਿੰਡਾਂ ਵਿੱਚ ਅਸੀਂ ਕਿਸੇ ਭੈੜੇ ਬੰਦੇ ਲਈ ਕਹਿੰਦੇ, ਤੂੰ ਨਹੀਂ ਜਾਣਦਾ ਕਿਹੜੀ ਜਿਨਸ ਹੈ। ਇਹ ਕਿਹੜੀ ਜਾਤੀ ਹੈ? ਇਹ ਮਾਇਆ ਕਈ ਜਾਤੀਆਂ ਦੀ ਹੈ, ਕਈ ਰੰਗਾਂ ਦੀ ਹੈ, ਕਈ ਕਿਸਮਾਂ ਦੀ ਹੈ। माया के 3 नाम, परसू, परसा, परसराम। ये आपां नूं सारिਆਂ ਨੂੰ ਆਉਂਦੇ ਨੇ। नहीं ਹੁੰਦੀ ਤੇ ਲੋਕ परसू ਕਹਿੰਦੇ ਨੇ, आ जाए ਤੇ परसा ਕਹਿੰਦੇ ਨੇ, तिजोरी भर जाए ਤੇ परसराम ਕਹਿੰਦੇ ਨੇ। ਇਹ ਮਾਇਆ ਦੇ 3 ਰੂਪ ਤਾਂ ਸਾਨੂੰ ਆਉਂਦੇ ਨੇ, ਪਰ ਇਹਦੀਆਂ ਬਾਕੀ ਜਿਨਸਾਂ ਦੇ ਬਾਰੇ, ਬਾਕੀ ਭਾਂਤਾਂ ਵੈਰਾਈਟੀਆਂ ਦੇ ਬਾਰੇ, ਵੰਨਗੀਆਂ ਦੇ ਬਾਰੇ ਸਾਨੂੰ ਨਹੀਂ ਬਹੁਤਾ ਪਤਾ। ਪਰ ਇੱਕ ਗੱਲ ਸਾਨੂੰ ਸੱਚੇ ਪਾਤਸ਼ਾਹ ਨੇ ਸਮਝਾਈ ਹੈ ਕਿ ਇਹ ਮਾਇਆ ਜਿਤ ਹਰ ਵਿਸਰੈ। ਇਹ ਬੜੀ ਵੱਡੀ ਇੱਕ ਸੱਚੇ ਪਾਤਸ਼ਾਹ ਨੇ ਸਾਨੂੰ ਸੇਧ ਦਿੱਤੀ ਹੈ ਕਿ ਨਹੀਂ ਤੈਨੂੰ ਸਮਝ ਆਉਂਦੀ ਤੇ ਇੱਕ ਹੀ ਗੱਲ ਤਾਂ ਜ਼ਰੂਰ ਸਮਝ ਲੈ ਕਿ ਜਿਸ ਕਰਕੇ ਰੱਬ ਭੁੱਲਦਾ ਹੈ ਉਹ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ। ਜੇ ਰੱਬ ਨਹੀਂ ਭੁੱਲਦਾ ਤੇ ਕੋਈ ਮਾਇਆ ਨਹੀਂ ਹੈ, ਫਿਰ ਕੋਈ ਮਾਇਆ ਨਹੀਂ ਹੈ। ਹੁਣ ਜਿਹੜੀ ਗੱਡੀ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਆਈ ਹੈ ਉਹ ਮਾਇਆ ਥੋੜ੍ਹਾ ਹੈ। ਜਿਹੜੀ ਮਾਇਆ ਨੇ ਤੁਹਾਨੂੰ ਦੇਗ ਕਰਵਾਈ ਹੈ, ਜਿਹੜੀ ਮਾਇਆ ਨੇ ਤੁਹਾਨੂੰ ਮੱਥਾ ਟਿਕਾਇਆ ਹੈ, ਜਿਹੜੀ ਮਾਇਆ ਨੇ ਤੁਹਾਨੂੰ ਜਹਾਜ਼ ਦੀ, ਟ੍ਰੇਨ ਦੀ, ਬੱਸ ਦੀ ਟਿਕਟ ਲੈ ਕੇ ਦਿੱਤੀ ਹੈ, ਉਹ ਮਾਇਆ ਥੋੜ੍ਹਾ ਹੈ। ਜਿੰਨੇ ਟੈਕਸੀ ਦੇ, 3 ਵੀਲਰ ਦੇ ਖਰਚੇ ਭਰੇ ਨੇ ਉਹ ਮਾਇਆ ਨਹੀਂ ਹੈ। ਤਿੰਨ ਕਾ ਖਾਧਾ ਪਹਿੰਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਉੱਥੇ ਤਾਂ ਇਹ ਪਵਿੱਤਰ ਹੀ ਬਹੁਤ ਹੈ, ਉੱਥੇ ਇਹ ਮਾਇਆ ਪਵਿੱਤਰ ਹੈ। ਉੱਥੇ ਇਹ ਮਾਇਆ ਨਾਗਨੀ ਨਹੀਂ ਹੈ। ਮਾਇਆ ਹੋਈ नागनी, जगत रही लपटाए। माया ममता मोहनी जिन विण दंता जग खाया। मन मुख खादे गुरमुख उभरे, जिनी सच नाम चित लाया। इस माया ने मन मुखा नूं खादा है, गुरमुखा नूं तां उपर चुकिया है। ਅੱਜ ਜਦੋਂ ਤੁਸੀਂ ਕਹਿੰਦੇ ਹੋ ਵੀ ਇਹ ਮਹਾਂਪੁਰਖ ਜੀ ਬੜੀ ਸੇਵਾ ਕਰਦੇ ਨੇ, ਤੇ ਪੁੱਛੋ ਕਾਹਦੇ ਨਾਲ ਸੇਵਾ ਕਰਦੇ ਨੇ? ਮਾਇਆ ਗ੍ਰਹਿ ਸ਼ੋਭਾ ਹੈ, ਇੱਕ ਰੂਪ ਇਹ ਵੀ ਹੈ। ਤੁਹਾਡੇ ਘਰ ਦੀ ਸ਼ਾਨ ਹੈ ਮਾਇਆ। ਤੁਹਾਡੇ ਘਰ ਵਿੱਚ ਆਏ ਗਏ ਦੇ ਬੈਠਣ ਵਾਲੀ ਮੰਜੀ, ਕੁਰਸੀ, ਸੋਫਾ, ਬੈੱਡ, ਇਹ ਸਭ ਸ਼ੋਭਾ ਹੈ। पर माया तो बिना कुछ भी नहीं आता। माया सिर्फ उदों माड़ी है
ਜਦੋਂ ਮਾੜੇ ਪਾਸੇ ਖਰਚੀ ਜਾਂਦੀ ਹੈ। ਮਾਇਆ ਉਦੋਂ ਬੜੀ ਚੰਗੀ ਹੈ ਜਦੋਂ ਇਹ ਚੰਗੇ ਪਾਸੇ ਖਰਚੀ ਜਾਂਦੀ ਹੈ, ਵਰਤੀ ਜਾਂਦੀ ਹੈ। ਸੱਚੇ ਪਾਤਸ਼ਾਹ ਅੱਜ ਸੁਚੇਤ ਕਰਦੇ ਨੇ, ਮਾਇਆ ਮੋਹ ਮਗਨ, ਤੂੰ ਮਾਇਆ ਦੇ ਮੋਹ ਵਿੱਚ ਪੈ ਗਿਆ। ਮਾਇਆ ਮਾੜੀ ਨਹੀਂ, ਮਾਇਆ ਦਾ ਮੋਹ ਬਹੁਤ ਮਾੜਾ ਹੈ। ਕਿਉਂਕਿ ਜਿਹੜੇ 5 ਵਕਾਰ ਮੰਨੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਗੁਰੂ ਨੇ ਕੀ ਕੀਤਾ? ਗੁਰੂ ਨੇ ਇਹਨਾਂ ਨੂੰ ਮਾਰਿਆ ਨਹੀਂ ਹੈ। ਹੁਣ ਵੇਖੋ, ਜੇ ਤੁਸੀਂ ਕਾਮ ਨੂੰ ਮਾਰੋਗੇ ਤਾਂ ਸੰਤਾਨ ਕਿਵੇਂ ਪੈਦਾ ਹੋਏਗੀ? ਕ੍ਰੋਧ ਨੂੰ ਮਾਰੋਗੇ ਤਾਂ ਫਿਰ ਤਾਂ ਭਾਈ ਲੋਕ ਤੁਹਾਡੀ ਮਾਲਾ ਵੀ ਖੋ ਕੇ ਲੈ ਜਾਣਗੇ, ਭਗਤੀ ਵੀ ਨਹੀਂ ਤੁਹਾਨੂੰ ਕਰਨ ਦੇਣਗੇ। ਸੱਚੇ ਪਾਤਸ਼ਾਹ ਜੀ ਨੇ ਇਸ ਕਾਮ ਨੂੰ ਗ੍ਰਿਸ਼ਤ ਦਾ ਰੂਪ ਦਿੱਤਾ ਹੈ। ਕ੍ਰੋਧ ਨੂੰ ਵੀਰ ਰਸ ਦੇ ਵਿੱਚ ਕਨਵਰਟ ਕੀਤਾ ਹੈ। ਮੋਹ ਝੂਠਾ ਹੈ, ਮੋਹ ਦਾ ਆਧਾਰ ਝੂਠਾ ਹੈ, ਇਹਨੂੰ ਪਿਆਰ ਵਿੱਚ ਬਦਲਿਆ ਹੈ। ਜਦੋਂ ਅਸੀਂ ਮੋਹ ਵਿੱਚ ਪੈਂਦੇ ਹਾਂ ਤਾਂ ਸਿਰਫ ਅਸੀਂ ਆਪਣੇ ਔਰ ਆਪਣਿਆਂ ਤੱਕ ਸੋਚਦੇ ਹਾਂ। ਜਦੋਂ ਅਸੀਂ ਪਿਆਰ ਦੀ ਦ੍ਰਿਸ਼ਟੀ ਵਿੱਚ ਆਉਂਦੇ ਹਾਂ ਫਿਰ ਅਸੀਂ ਸੰਸਾਰ ਬਾਰੇ ਵੀ ਸੋਚਦੇ ਹਾਂ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਹੰਕਾਰ ਹੈ ਉਹਨੂੰ ਸਵੈਮਾਨ ਵਿੱਚ ਬਦਲਿਆ। ਕ੍ਰੋਧ ਨੂੰ ਵੀਰ ਰਸ ਵਿੱਚ ਬਦਲਿਆ, ਅਹੰਕਾਰ ਨੂੰ ਸਵੈਮਾਨ ਵਿੱਚ। ਸ਼੍ਰੀ ਦਰਬਾਰ ਸਾਹਿਬ ਸਾਡਾ ਸਵੈਮਾਨ ਹੈ। ਡਿਠੈ ਸਭੇ ਥਾਵ ਨਹੀਂ ਤੁਧ ਜਿਹਾ। ਨਹੀਂ, ਇਸ ਧਰਤੀ ਤੇ ਹੋਰ ਐਸਾ ਕੋਈ ਨਹੀਂ ਹੈ, ਕਿਤੇ ਨਹੀਂ ਹੈ। ਬੱਧੋ ਸੁਪੁਰਖ ਵਿਧਾਤੇ ਤਾਂ ਤੂੰ ਸੋਹਿਆ, ਹੋ ਨਹੀਂ ਸਕੇਗਾ। ਜਦੋਂ ਇਸੇ ਸ਼ਹਿਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ, ਦਰਬਾਰ ਸਾਹਿਬ ਜੀ ਦੀ ਤਰਜ਼ ਤੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਦੇ ਨਾਲ ਸੰਬੰਧਿਤ ਇੱਕ ਕਥਾ ਸੁਣਾਈ ਜਾਂਦੀ ਹੈ ਕਿ ਕਿਸੇ ਬਹੁਤ ਗੁਰੂ ਪਿਆਰ ਵਿੱਚ ਜਿਉਣ ਵਾਲੇ ਨੇ ਕਿਹਾ ਵੀ ਬਾਬਾ ਜੀ, ਇਹ ਦਰਬਾਰ ਸਾਹਿਬ ਦੀ ਨਕਲ ਤਿਆਰ ਹੋ ਰਹੀ ਹੈ, ਦਰਬਾਰ ਸਾਹਿਬ ਦੀ ਤਰਜ਼ ਤੇ ਕੁਝ ਬਣਾਇਆ ਜਾ ਰਿਹਾ ਹੈ। ਕਹਿੰਦੇ ਤਾਂ ਕੀ ਹੋਇਆ? ਸਮਾਂ ਬੀਤ ਗਿਆ, ਅਗਲਿਆਂ ਨੇ ਹਰਿਮੰਦਰ ਵਰਗਾ ਮੰਦਰ ਬਣਾ ਲਿਆ, ਦਰਸ਼ਨੀ ਡਿਓੜੀ ਵਰਗੀ ਡਿਓੜੀ ਬਣਾ ਲਈ, ਕੋਸ਼ਿਸ਼ ਕੀਤਾ ਉਹਨਾਂ ਨੇ ਸਰੋਵਰ ਵੀ ਬਣਾ ਲਿਆ। ਉਹ ਸਿੱਖ ਨੇ ਫਿਰ ਕਿਹਾ ਵੀ ਬਾਬਾ ਜੀ, ਤੁਸੀਂ ਕਹਿੰਦੇ ਹੋਇਆ ਹੀ ਕੁਝ ਨਹੀਂ, ਉੱਥੇ ਤੇ ਸਾਰਾ ਕੁਝ ਹੀ ਹੋ ਗਿਆ। ਹੁਣ ਬਾਬਾ ਜੀ ਬੋਲੇ, ਕਹਿਣ ਲੱਗੇ ਵੀ ਜਿਨ੍ਹਾਂ ਨੇ ਹਰਿਮੰਦਰ ਵਰਗਾ ਮੰਦਰ ਬਣਾਇਆ ਹੈ, ਦਰਸ਼ਨੀ ਡਿਓੜੀ ਵਰਗੀ ਡਿਓੜੀ ਬਣਾਈ ਹੈ, ਜਿਨ੍ਹਾਂ ਨੇ ਸਰੋਵਰ ਵਰਗਾ ਸਰੋਵਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਪੁੱਛੋ ਵੀ ਗੁਰੂ ਰਾਮਦਾਸ ਕਿੱਥੋਂ ਲਿਆਓਗੇ? ਬਾਕੀ ਗੱਲਾਂ ਤੇ ਕਰ ਲਓਗੇ ਤੁਸੀਂ, ਵਡਿਆਈ ਗੁਰੂ ਰਾਮਦਾਸ ਦੀ ਹੈ, ਉਹ ਕਿੱਥੋਂ ਲਿਆਓਗੇ? ਇਹ ਸਾਡਾ ਸਵੈਮਾਨ ਹੈ, ਹੰਕਾਰ ਨਹੀਂ ਹੈ। ਹੰਕਾਰ ਵਿੱਚ ਆ ਕੇ ਨਹੀਂ ਕਹਿਣਾ ਚਾਹੀਦਾ ਵੀ ਸਾਡਾ ਦਰਬਾਰ ਸਾਹਿਬ ਸਭ ਤੋਂ ਉੱਤਮ ਹੈ। ਇਹ ਸਾਡਾ ਸਵੈਮਾਨ ਹੈ ਕਿ ਐਸਾ ਦੁਨੀਆ ਦੇ ਵਿੱਚ ਨਾ ਕਿਤੇ ਹੈਗਾ, ਨਾ ਹੋ ਸਕਦਾ। ਔਰ ਇਹਨਾਂ ਚੀਜ਼ਾਂ ਨੂੰ ਸੱਚੇ ਪਾਤਸ਼ਾਹ ਨੇ ਕਨਵਰਟ ਕੀਤਾ, ਬਦਲਿਆ। ਸੱਚੇ ਪਾਤਸ਼ਾਹ ਅੱਜ ਸਮਝਾਉਂਦੇ ਨੇ, ਮਾਇਆ ਦੇ ਮੋਹ ਵਿੱਚ ਮਸਤ ਨਹੀਂ ਹੋਣਾ, ਕਿਉਂਕਿ ਇਹ ਮਾਇਆ ਦਾ ਇੱਕ ਰੂਪ ਇਹ ਵੀ ਹੈ,
कि धन जोबन दोए वैरी होए, जिन्नी रखे रंग लाए। ये जिन्हां ने रखे ने ना, उन्हां नूं रंग बड़े लगदे ने। तुसीं वेख्या ही है, हौली हौली कच्चे घरां तो महल माड़ियां बननियां शुरू हो जांदियां ने। बलद गड्डियां तो लैके खच्चरां रेड़ियां तो लैके फिर बड़ियां बड़ियां करोड़ां करोड़ां दीयां गड्डियां आ जांदियां ने। आम सधारण मंजे पीढ़ियां तो घर दे विच ਲੱਖਾਂ ਲੱਖਾਂ ਰੁਪਈਆਂ ਦੇ फर्नीचर आने शुरू हो जाते हैं। ये जिन्नी रखे रंग लाए, इहदा रूप तो जिहड़ा है वो जरूर चढ़दा है, माया छुपदी नहीं है। पर अंधियारे अंधे मनुख अंधेरे विच इस मोह माया दे जीवन वालिया देवन हार ना जाने। तेनों ये नहीं पता लगा ये तेनों दात दिती किसने है, ये माया आई कित्थों है, माया आउंदी कित्थों है। जिन्हां बंदियां दे कोल माया है, जिन्ने को पढ़े लिखे ने, जिन्ने को सियाणे ने, जिन्हां को काम कार करदे ने, उन्हां तो वध उन्हां दे घरां विच नौकर हुंदे ने। ये चेता रखना। अमीर आदमियां दे कोल अपनी पढ़ाई तो वध पढ़े नौकर हुंदे ने, ये जरूर चेता रखना। पर वो पढ़े होके भी उन्ने पैसे दे मालक नहीं हुंदे। फिर समझ आउंदी है कि नहीं, ये माया जिहड़ी है ये पढ़ाई दी, कारोबार दी मुथाज नहीं है। ये तो जदों गुरु किरपा करदा है तो फिर भाई बुद्धू वर्गे दियां कच्चियां भी जिहड़ियां ने वो पक्कियां दे भाव विक जांदियां ने। अज भी तुसीं वेख्या होना है, कईयां दे दही भल्ले विकी जांदे ने, कईयां दियां कारां भी नहीं विकदियां। ये जिहड़ा कारोबार भी है ना, ये भी किस्मत दा है, भाग दा है। ते भाग कौन बनाउंदा है? जे अपने कोलों बनते होंदे ते छोटे हुंदियां मां ने ही बना देने सी। अंधियारिया अंधिया उस देण वाले परमात्मा नूं क्यों भुल गया है? दिता ते सारा कुछ ही ओहदा है, ये सब कुछ ओहदा सी। तू इहदे मोह विच पै गया, तू इहदे विच मस्त हो गया, गलतान हो गया, ते नतीजा की निकलिया? माया दे नशे विच तू पहचानना भी छड्ड दिता, तू ठीक तरह दे नाल बोलना भी छड्ड दिता, ठीक तरीके दे नाल तू वरतना भी छड्ड दिता। ये तीन काम हर रोज़ शाम नूं शराबी करदा है। ना चंगी तरह वेखदा है, ना चंगी तरह बोलदा है, ना चंगी तरह वरतदा है। क्यों? नशे विच है। इसे तरह जिहड़ा माया दे नशे विच आउंदा है, माथे त्रै कुटी, दृष्ट करूड़, बोले कौड़ा, जेवा की फूड। ऐसी स्त्री एक राम उपाई, उन सब जग खाया, हम गुर राखे मेरे भाई। इन्हें सारी दुनिया खाधी है। हाँ जी। जियो पिंड साज जिन रचिया, बल अपनो कर मानै। की तैनू पता है इस माया नू वरतन वास्ते शरीर चाहिदा सी, आत्मा चाहिदी सी। उहदी रचना किसने कीती है? जियो पाए पिंड जिन साजिया, दिता पहनन खान। उन्हों तू भुल गया। देखो मनमुख की जदों आप ये शब्द सुने है कि मनमुख खाधे, तो मनमुख की पहचान की है? देंदे थामों दिता चंगा, मनमुख ऐसा जानी है।
ਸਾਡਾ ਤੇ ਸਿੱਧਾ ਜਿਹਾ ਹਿਸਾਬ ਹੈ ਵੀ ਜਿਹਦੇ ਨਾਲ ਬਣਦੀ ਹੈ ਉਹ ਸਾਰੇ ਹੀ ਗੁਰਮੁਖ ਨੇ, ਜਿਨ੍ਹਾਂ ਨਾਲ ਨਹੀਂ ਬਣਦੀ ਉਹ ਸਾਰੇ ਹੀ ਮਨਮੁਖ ਨੇ। ਜਿਨ੍ਹਾਂ ਨਾਲ ਮੇਰੀ ਬਣਦੀ ਉਹ ਸਾਰੇ ਸੰਤ ਨੇ, ਜਿਨ੍ਹਾਂ ਨਾਲ ਮੇਰੀ ਨਹੀਂ ਬਣਦੀ ਉਹ ਸਾਰੇ ਦੁਸ਼ਟ ਸਾਕਤ ਨੇ। ਸਾਡਾ ਤਾਂ ਮਾਪ ਤੋਲ ਇਦਾਂ ਦਾ ਹੈ, ਸਾਡੀ ਤੱਕੜੀ ਇਦਾਂ ਹੀ ਤੋਲਦੀ ਹੈ। ਆਪਣਿਆਂ ਨੂੰ ਗੁਰਮੁਖ ਕਹੀ ਜਾਂਦੀ ਹੈ, ਬਗਾਨਿਆਂ ਨੂੰ ਮਨਮੁਖ ਕਹੀ ਜਾਂਦੀ ਹੈ। ਆਪਣੇ ਭਾਵੇਂ ਮਾੜੇ ਹੋਣ ਤਾਂ ਵੀ ਗੁਰਮੁਖ ਨੇ, ਬਗਾਨੇ ਭਾਵੇਂ ਚੰਗੇ ਵੀ ਹੋਣ ਤਾਂ ਵੀ ਮਨਮੁਖ ਨੇ। ਨਹੀਂ, ਮਨਮੁਖ ਦੀ ਪਰਿਭਾਸ਼ਾ ਇਹ ਨਹੀਂ ਹੈ। ਮਨਮੁਖ ਦੀ ਪਰਿਭਾਸ਼ਾ ਇਹ ਹੈ ਕਿ ਦੇਣ ਵਾਲੇ ਰੱਬ ਨਾਲੋਂ ਰੱਬ ਦੀ ਦਿੱਤੀ ਹੋਈ ਦਾਤ ਨੂੰ ਉਹ ਚੰਗਾ ਕਰਕੇ ਸਮਝਦਾ ਹੈ। ਜਿਹੜੀਆਂ ਰੱਬ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਦਾ ਹੰਕਾਰ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਜੀਓ ਪਿੰਡ ਸਾਜ ਜਿਨ ਰਚਿਆ। ਤੈਨੂੰ ਪਤਾ ਹੈ ਰਚਨਾ ਪ੍ਰਮਾਤਮਾ ਨੇ ਤੇਰੀ ਕਿਵੇਂ ਕੀਤੀ ਹੈ। ਕਬੀਰ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਮਿੱਟੀ ਇਕੱਠੀ ਕੀਤੀ ਹੈ, ਉਹਦੀ ਪੁੜੀ ਬਣਾਈ ਹੈ। ਤੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਇਹ ਮਿੱਟੀ ਦੀ ਇੱਕ ਗੰਢ ਬੱਧੀ ਹੋਈ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਅੱਜ ਤੋਂ 40-45 ਸਾਲ ਪਹਿਲਾਂ ਹੱਟੀ ਵਾਲਾ ਸੌਦਾ ਪੁੜੀ ਵਿੱਚ ਦਿੰਦਾ ਸੀ, ਉਹਦੇ ਉੱਤੇ ਛੋਟਾ ਜਿਹਾ ਧਾਗਾ ਸੇਬਾ ਜਿਹਾ ਲਵੇਟ ਦਿੰਦਾ ਸੀ ਤੇ ਗਲੀ ਮਹੱਲੇ ਵਾਲੇ ਜਾ ਕੇ ਹੱਟੀ ਵਾਲੇ ਨੂੰ ਉਚੇਚਾ ਕਹਿੰਦੇ ਹੁੰਦੇ ਸੀ ਵੀ ਜਦੋਂ ਬੱਚੇ ਆਉਣ ਨਾ ਤੇ ਭਾਈ ਪੁੜੀ ਜਿਹੜੀ ਹੈ ਉਹਨੂੰ ਚੱਜ ਨਾਲ ਤੂੰ ਬੰਨ੍ਹ ਕੇ ਗੰਢ ਪਾ ਕੇ ਦਵੀਂ, ਕਿਉਂਕਿ ਪੁੜੀ ਦਾ ਇੱਕ ਔਗਣ ਹੁੰਦਾ ਸੀ ਵੀ ਜੇ ਕਿਤੇ ਬੱਚਿਆਂ ਤੋਂ ਰਾਹ 'ਚ ਖੁੱਲ੍ਹ ਜਾਂਦੀ ਸੀ ਤਾਂ ਸਾਰੀ ਮਿੱਟੀ ਵਿੱਚ ਮਿਲ ਜਾਂਦਾ ਸੀ ਜੋ ਸੌਦਾ ਹੁੰਦਾ ਸੀ। ਬਿਲਕੁਲ ਉਹੀ ਹਾਲਤ ਸਾਡੇ ਸਰੀਰ ਦੀ ਹੈ। ਜਿੱਦਣ ਸਰੀਰ ਰੂਪੀ ਪੁੜੀ ਖੁੱਲ੍ਹਣੀ ਹੈ, ਇਹ 5 ਤੱਤ ਨੇ, ਸਾਰਿਆਂ ਨੇ ਆਪਣੇ ਆਪਣੇ ਰੂਪ ਦੇ ਵਿੱਚ ਵਿਲੀਨ ਹੋ ਜਾਣਾ ਹੈ। ਕਬੀਰ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, 5 ਤੱਤ ਇਕੱਠੇ ਕੀਤੇ ਨੇ, 5 ਤੱਤਾਂ ਦਾ ਇੱਕ ਸਰੀਰ ਬਣਾਇਆ ਹੈ ਤੇ ਬੰਦਾ ਹੰਕਾਰ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਓ ਪਿੰਡ ਸਾਜ ਜਿਨ ਰਚਿਆ, ਜਿੰਦ ਪਾ ਕੇ ਜਿਹਨੇ ਸਰੀਰ ਬਣਾਇਆ ਤੇ ਬਲ ਆਪਣੋ ਕਰ ਮਨ। ਇਹਦੇ ਵਿੱਚ ਵੀ ਤੂੰ ਆਪਣੀ ਤਾਕਤ ਸਮਝਦਾ, ਤੂੰ ਇਹਦੇ ਵਿੱਚ ਆਪਣਾ ਬਲ ਸਮਝਦਾ। ਜਿਹੜੀ ਭਗਤ ਪ੍ਰਹਿਲਾਦ ਦੀ ਕਥਾ ਹੈ ਉਹ ਇਹੋ ਹੀ ਹੈ। ਅਸੀਂ ਇਹਦੇ ਅਰਥ ਨਹੀਂ ਠੀਕ ਸਮਝੇ। ਅੱਜ ਜਿੰਨੇ ਬੰਦੇ ਕੇਸਾਂ ਤੋਂ, ਅੰਮ੍ਰਿਤ ਤੋਂ, ਰਹਿਤ ਤੋਂ, ਮਰਿਆਦਾ ਤੋਂ ਭਗੌੜੇ ਨੇ ਉਹ ਪੜ੍ਹਦੇ ਨੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਤਲਬ ਉਹ ਕਿਹੜਾ ਕਛਹਿਰਾ ਪਾਉਂਦਾ ਸੀ, ਉਹ ਕਿਹੜਾ ਕਿਰਪਾਨ ਪਾਉਂਦਾ ਸੀ, ਉਹਨੇ ਕਿਹੜਾ ਅੰਮ੍ਰਿਤ ਛਕਿਆ ਸੀ। ਕਿਉਂਕਿ ਬੰਦੇ ਦੀ ਇੱਕ ਫਿਤਰਤ ਹੈ। ਪਰ ਇਹ ਯਾਦ ਰੱਖਿਓ, ਜੇ ਗੁਰਮਤ ਸਾਚੀ ਹੁਜਤ ਦੂਰ, ਹੁਜਤਾਂ ਦੇ ਘਰ ਬੜੇ ਦੂਰ ਨੇ। ਗੁਰਮਤ ਬਿਲਕੁਲ ਸੱਚੀ ਹੈ, ਗੁਰਮਤ ਵਿੱਚ ਕੋਈ ਝੂਠ ਨਹੀਂ ਹੈ। ਭਗਤ ਪ੍ਰਹਿਲਾਦ ਦੇ ਤਰੀਕੇ ਤੋਂ ਅਰਥ ਇਹ ਹੈ ਵੀ ਜੇ ਤੁਹਾਡਾ ਬਾਪ ਤਲਵਾਰ ਚੁੱਕ ਲਵੇ ਕਿ ਮੈਂ ਤੈਨੂੰ ਰਾਮ ਨਹੀਂ ਕਹਿਣ ਦੇਣਾ, ਮੈਂ ਤੈਨੂੰ ਵਾਹਿਗੁਰੂ ਨਹੀਂ ਕਹਿਣ ਦੇਣਾ, ਤੇ ਤੁਸੀਂ ਕਹਿਣਾ ਵੀ ਬਾਪੂ ਮੈਂ ਤਾਂ ਕਹਿਣਾ ਹੈ, ਤੂੰ ਜੋ ਕਰਨਾ ਕਰ ਲਾ। ਭਗਤ ਪ੍ਰਹਿਲਾਦ ਦਾ ਅਰਥ ਇਹ ਹੈ ਜਿਹੜਾ ਡਰਿਆ ਨਹੀਂ ਸੀ, ਤੇ ਧਰੂ ਦਾ ਅਰਥ ਇਹ ਸੀ ਜਿਹਨੇ ਲਾਲਚ ਨਹੀਂ ਸੀ ਕੀਤਾ। ਤੇ ਹੁਣ ਸਾਡੀ ਹਾਲਤ ਹੀ ਇੱਕ ਇਹੀ ਹੈ, ਜਾਂ ਡਰਦੇ ਪਾਠ ਕਰਦੇ ਆ ਜਾਂ ਲਾਲਚ ਵਿੱਚ ਪਾਠ ਕਰਦੇ ਆ। ਜਦੋਂ ਅਸੀਂ ਇਹ ਕਹਿੰਦੇ ਆ ਵੀ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ ਹੈ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ ਹੈ, ਤੇ ਇਹਦੇ ਕੀ ਅਰਥ ਕਰੋਗੇ ਤੁਸੀਂ? ਇਹ ਸਿੱਖ ਦਾ ਕੰਮ ਤੇ ਨਹੀਂ ਹੈਗਾ। ਮੈਂ ਤੇ ਰਾਤ ਵੀ ਬਾਬਾ ਦਇਆ ਸਿੰਘ ਹੋਰਾਂ ਦੀ ਯਾਦ ਵਿੱਚ ਉਹਨਾਂ ਦੀ ਬਰਸੀ ਮਨਾਉਂਦੇ ਆ ਜਿਹੜੇ ਸਮਾਗਮ ਹੋਏ ਨੇ ਸੁਰ ਸਿੰਘ, ਮੈਂ ਰਾਤ ਉੱਥੇ ਸੀ। ਮੈਂ ਉੱਥੇ ਵੀ ਬੇਨਤੀ ਕੀਤੀ ਵੀ ਜਦੋਂ ਇੱਥੇ ਆਈਦਾ 3 ਰੂਪ ਵੇਖਣ ਨੂੰ ਮਿਲਦੇ ਨੇ, ਇੱਟ ਖੜੀਕਾ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ। ਨਾਲੇ ਮੇਰਾ ਅੱਲਾ ਰਾਜੀ ਨਾਲੇ ਰਾਜੀ ਬੁੱਲਾ।
ਵੇਖੋ ਤੁਹਾਡੇ ਪੰਥ ਦੀ ਇਹੀ ਮਰਿਆਦਾ ਹੈ, ਉੱਥੇ ਇੱਟ ਖੜੀਕਾ ਵੀ ਹੋਣਾ ਚਾਹੀਦਾ ਹੈ, ਉੱਥੇ ਜਿਹੜਾ ਤੁਹਾਡਾ ਮਾਰਸ਼ਲ ਆਰਟ ਹੈ ਉਹ ਵੀ ਹੋਣਾ ਚਾਹੀਦਾ। ਸ਼ਸਤਰਾਂ ਤੋਂ ਹੀਣਾ ਸਿੱਖ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਇਹ ਤਾਂ ਗੁਰੂ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਬਿਨਾ ਕੇਸ ਤੇ ਗੰਗ ਦੇਵੋ ਨਾ ਦੀਦਾਰੇ, ਮੇਰੇ ਦਰਸ਼ਨ ਕਰਨ ਨਹੀਂ ਆਉਣਾ। ਉੱਥੇ ਲੰਗਰ ਵੀ ਹੋਣਾ ਚਾਹੀਦਾ ਹੈ, ਉੱਥੇ ਦੁੱਕੜ ਵੀ ਵੱਜਣੀ ਚਾਹੀਦੀ ਹੈ, ਉੱਥੇ ਕੀਰਤਨ ਵੀ ਹੋਣਾ ਚਾਹੀਦਾ ਹੈ, ਰੱਬ ਦੀ ਭਗਤੀ ਹੋਵੇ, ਆਤਮਾ ਦੀ ਖੁਰਾਕ ਵੀ ਹੋਵੇ, ਸਰੀਰ ਦਾ ਭੋਜਨ ਵੀ ਹੋਵੇ ਤੇ ਦੁਸ਼ਮਣ ਦਾ ਪ੍ਰਬੰਧ ਵੀ ਹੋਵੇ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਬੰਦਿਆ ਜਿੰਦ ਪਾ ਕੇ ਸਰੀਰ ਤਾਂ ਤੈਨੂੰ ਰੱਬ ਨੇ ਦਿੱਤਾ ਤੇ ਤੂੰ ਇਹਨੂੰ ਆਪਣੀ ਤਾਕਤ ਮੰਨਣ ਲੱਗ ਗਿਆ। ਤੇਰੀ ਤਾਕਤ ਥੋੜਾ ਹੈ ਕੋਈ, तेरी कोई ताकत नहीं। हम आदमी हाँ एकदमी, तेरी की ताकत है? की हंकार करेगा बंदिया तो? हरनाकश दे हाथ विच तलवार है, उन्हें खड़ग कढ़ लई ते छोटे जे बच्चे ने हस के कहा, बापू तू कुछ नहीं कर सकता, तेरे कोल कुछ नहीं हैगा करन नूं। उन्हें कहा नहीं, मैं तेरा सिर कलम कर देंगा, मैं तेरे टुकड़े कर देंगा। बस फिर की सी, नरसिंह रूप धारण करके रब आप आ गया। उस देवनहार नूं जानना है, अपना हंकार नहीं मनना। ये अज दा सानू उपदेश है। हाँ जी। मन मूड़े देख रहे हो प्रभ सुआमी। इस तो अगली गल, अजे तो पहला पाठ ही नहीं आपां कीता, ना सानू मुहारनी आई, ना सानू पहाड़े आए, ते किताबां असी चुकी फिरदे, यूनीवर्सिटियां वालियां वड्डियां वड्डियां बुकां लई फिरदे, असी वड्डे वड्डे ग्रंथ फरोलण दे असी दावे करदे हां। भाई मूल जिहड़ा मंत्र सी वो इहो ही सीगा कि बंदिया रब ने तेनों जिंद ते शरीर दिती, तेरा अपना बल कुछ नहीं हैगा, तेरी अपनी कोई ताकत नहीं हैगी, ते माया दे विच मगन नहीं होना। ये याद रखी कि वो जिहड़ा परमात्मा है सारा कुछ ते ओहदा दिता होया है। हुण जिन्हों इन्नी गल समझ आ जाए वो भी अपने आप नूं प्रोफैसर ना समझे, क्योंकि साडे च इदां भी है ना, थोड़ी जी गल समझ आ जाए तो असीं अपने आप नूं फिर वड्डे सिख समझण लग जाने। नहीं, इस तो अगला भी पाठ है। इस तो अगला पाठ ये है कि मन मूढ़े देख रहे हो प्रभ स्वामी। परमात्मा तेनू वेख रहा है। आ जिहड़े दुनिया के सीसी कैमरे तो हुण लगे ने, रब दा कैमरा तो बड़ा पुराना है, उहदी सैटेलाइट भी बड़ी पुरानी है। इन्हां कैमरिਆਂ ਦੇ ਵਿੱਚ बदलाव हो जाता है, धोखे हो जाते हैं, चेंजिंग हो जांदियां ने, ये हैंग हो जाते हैं सिस्टम। रब दा कोई सिस्टम हैंग नहीं हुंदा, कोई कुछ नहीं कर सकता। बंदिया चेता रखी, रब तैनू वेखदा है। हाँ जी। जो किश करह सोई सोई जान, रह न कछुआ शानी। जो कुछ भी तू करदा है उही उही कुछ वो जानदा है। तेरी एक एक मोमेंट जिहड़ी है उन्हें कवर कीती हुई है। हर चीज उन्हों पता है। रहे ना कछुए छानी, कोई चीज बाकी नहीं रहनी, कोई एविडेंस बाकी नहीं रहना। देखो ये तो अज गल्लां नूं संसार नूं समझण दी लोड़ है, रब दी कुदरत नूं समझण दी लोड़ है। विदेशां दे विच जदों तुसीं सुणदे हो ना भी कोई आदमी फड़िया गया,
ਤੁਸੀਂ ਉਸ ਆਦਮੀ ਨੂੰ ਪੁੱਛਿਓ ਵੀ ਤੈਨੂੰ ਪੁਲਿਸ ਵਾਲਿਆਂ ਨੇ ਕੀ ਕੀਤਾ। ਉਹ ਕਹੂਗਾ ਜੀ ਮੈਨੂੰ ਜੈਮ ਲਾ ਕੇ ਉਹਨਾਂ ਬ੍ਰੈਡ ਵੀ ਖਵਾਈ, ਮੈਨੂੰ ਕੌਫੀ ਵੀ ਪਿਆਈ, ਮੈਨੂੰ ਕੁਰਸੀ ਤੇ ਬਿਠਾਇਆ, ਮੈਨੂੰ ਹਰ ਗੱਲ ਉਹਨਾਂ ਨੇ ਸਰ ਬੋਲ ਕੇ ਕਹੀ, ਸਰ ਇਹ ਦੱਸੋ, ਸਰ ਇਹ ਦੱਸੋ। ਸਾਡੇ ਵਾਲਾ ਕੰਮ ਨਹੀਂ ਹੈ ਕਿ ਬੰਦੇ ਨੂੰ ਫੜਨ ਤੋਂ ਲੈ ਕੇ ਮਤਲਬ ਹਰ ਚੀਜ਼ ਦੀ ਕੁੱਤੇ ਖਾਣੀ ਕਰਦੇ ਨੇ ਉਹ, ਤੇ ਪਤਾ ਉਹਨਾਂ ਨੂੰ ਫਿਰ ਕੁਝ ਨਹੀਂ ਹੁੰਦਾ ਵੀ ਕੀ ਹੈਗਾ। 3rd ਕਲਾਸ 4 ਕਲਾਸ ਸਾਡਾ ਇੱਥੋਂ ਦਾ ਇਨਵੈਸਟੀਗੇਸ਼ਨ ਸਿਸਟਮ ਹੈ। ਬਾਹਰਲੇ ਮੁਲਕਾਂ 'ਚ ਇਦਾਂ ਨਹੀਂ ਹੈਗਾ। ਉਹ ਤੁਹਾਨੂੰ ਸਾਹਮਣੇ ਬਿਠਾ ਕੇ ਪੁੱਛਦੇ ਨੇ ਵੀ ਇਹ ਕੀ ਹੈ। ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ। ਉਹ ਫਿਰ ਉਹਦਾ ਪ੍ਰੂਫ ਕੱਢ ਕੇ ਲਿਆਉਂਦੇ ਨੇ, ਕਹਿੰਦਾ ਵੇਖ ਕਾਲ ਰਿਕਾਰਡਿੰਗ ਤੇਰੀ ਹੈ। ਹਾਂ, ਕਹਿੰਦਾ ਜੀ ਮੇਰੀ ਹੈ। ਫਿਰ ਉਹ ਬੰਦੇ ਦੀ ਫੋਟੋ ਕੱਢ ਕੇ ਲਿਆਉਂਦੇ, ਕਹਿੰਦੇ ਇਹ ਵੀ ਤੇਰੀ ਹੈ। ਕਹਿੰਦਾ ਹਾਂਜੀ ਹਾਂਜੀ ਇਹ ਵੀ ਮੇਰੀ ਹੈ ਜੀ। ਮੈਨੂੰ ਇੱਕ ਸੱਜਣ ਨੇ ਸਮਝਾਇਆ ਸੀ, ਉਹ ਕਹਿੰਦਾ ਜਦੋਂ ਮੈਨੂੰ ਆ ਕੇ ਉਹ ਬੰਦੇ ਮਿਲੇ ਤੇ ਉਹ ਫੁੱਲ ਵਾਇਰ ਸਨ। ਮੈਂ ਪਹਿਲੀ ਵਾਰੀ ਸ਼ਬਦ ਉਹਦੇ ਮੂੰਹ ਤੋਂ ਸੁਣਿਆ, ਫੁੱਲ ਵਾਇਰ ਕੀ ਹੁੰਦਾ ਹੈ। ਕਹਿੰਦੇ ਫੁੱਲ ਵਾਇਰ ਦਾ ਮਤਲਬ ਵੀ ਜਿਹੜੀ ਉਹਨੇ ਡਰੈਸ ਪਾਈ ਸੀ ਨਾ, ਉਹਦੇ 'ਚ ਸਾਰੇ 'ਚ ਤਾਰਾਂ ਤੇ ਕੈਮਰੇ ਲੱਗੇ ਹੋਏ ਸੀ, ਮਾਈਕ ਲੱਗੇ ਹੋਏ ਸੀ, ਔਰ ਹਰ ਚੀਜ਼ ਦਾ ਉਹਦੇ ਕੋਲੇ ਪ੍ਰੂਫ ਸੀ। ਕਹਿੰਦੇ ਪਹਿਲੀ ਗੱਲ ਕਿ ਮੈਂ ਮੁਕਰਨਾ ਹੀ ਨਹੀਂ ਸੀ, ਦੂਜੀ ਗੱਲ ਮੁਕਰਨ ਦਾ ਉੱਥੇ ਕੋਈ ਚਾਂਸ ਹੀ ਨਹੀਂ ਸੀਗਾ। ਸੱਚੇ ਪਾਤਸ਼ਾਹ ਜੋ ਬਾਣੀ 'ਚ ਇਹ ਸਮਝਾਉਂਦੇ ਨੇ ਤੁਹਾਨੂੰ। ਹੁਣ ਤੁਸੀਂ ਸੋਚੋ ਵੀ ਉੱਥੇ ਨਹੀਂ ਹੋਏਗਾ ਜੀ, ਕਿੱਦਾਂ ਹੋਏਗਾ ਜੀ। ਇਹ ਗੱਲ ਮੈਂ ਤੁਹਾਨੂੰ ਇਸ ਧਰਤੀ ਦੀ ਇਸ ਕਰਕੇ ਸੁਣਾਈ ਵੀ ਇੱਥੇ ਹੈਗਾ ਜੀ। ਤੁਸੀਂ ਉੱਥੋਂ ਤੋਂ ਮੁਕਰੋਗੇ ਤੇ ਗਲਤੀ ਕਰੋਗੇ। ਤੁਹਾਨੂੰ ਮੰਨ ਲੈਣਾ ਚਾਹੀਦਾ ਵੀ ਅੱਜ ਇੱਥੇ ਵੀ ਹੈਗਾ ਸਾਰਾ ਕੁਝ। ਜਿਸ ਬੰਦੇ ਨੇ ਤੁਹਾਡੀ ਇਨਵੈਸਟੀਗੇਸ਼ਨ ਕਰਨੀ ਹੈ ਉਹਨੇ ਫੁੱਲ ਵਾਇਰ ਹੋ ਕੇ ਆਉਣਾ ਹੈ, ਉਹਨੇ ਤੁਹਾਨੂੰ ਭੱਜਣ ਨਹੀਂ ਦੇਣਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਕਿਛ ਕਰੈ ਸੋਈ ਸੋਈ ਜਾਣੈ। ਇੱਕ ਇੱਕ ਗੱਲ ਤੇਰੀ ਜਾਣਦਾ। ਅਗਲੀ ਗੱਲ ਰਹੇ ਨਾ ਕਛੂਏ ਸ਼ਾਨੀ, ਕੋਈ ਚੀਜ਼ ਬਾਕੀ ਨਹੀਂ ਉਹ ਬਚਣੀ। ਮਤ ਤੂੰ ਕਵੇ ਵੀ ਆ ਮੈਂ ਨਹੀਂ ਬੋਲਾਂਗਾ ਤੇ ਬਚ ਜਾਏਗੀ, ਆ ਨਹੀਂ ਮੈਂ ਬੋਲਾਂਗਾ ਤੇ ਇਹ ਬਚ ਜਾਏਗੀ। ਨਹੀਂ, ਜਿਹੜੀ ਤੂੰ ਨਹੀਂ ਬੋਲੇਗਾ ਉਹਨਾਂ ਨੂੰ ਵੀ ਪਤਾ ਹੈ। ਹਾਂਜੀ। ਰਹਾਉ ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨੇਕ ਬਿਕਾਰਾ। ਜੀਵਾ ਦੇ ਸਵਾਦ ਵਿੱਚ, ਲੋਭ ਵਿੱਚ, ਨਸ਼ੇ ਵਿੱਚ ਮਸਤ ਬੰਦਿਆ ਚੇਤਾ ਰੱਖੀ ਉਪਜੈ ਅਨਕ ਬਿਕਾਰਾ। ਇਹਦੇ ਨਾਲ ਵਕਾਰ ਪੈਦਾ ਹੋਣਗੇ। ਇਹ ਜਿੰਨੀਆਂ ਚੀਜ਼ਾਂ ਤੁਸੀਂ ਵਰਤਦੇ ਹੋ, ਵੇਖੋ ਮੈਂ ਤਾਂ ਸਿੱਖਿਆ ਹੀ ਹੈ ਸਾਰਾ ਕੁਝ। ਪਰ ਇਹ ਗੱਲ ਤਾਂ ਹੁਣ ਥੋੜਾ ਚਿਰ ਪਹਿਲਾਂ ਹੀ ਸਿੱਖੀ ਹੈ। ਉਹ ਕਹਿੰਦਾ ਗਿਆਨੀ ਜੀ ਬਸ ਮੂੰਹ ਤੇ ਕੰਟਰੋਲ ਕਰ ਲਓ। ਕਹਿੰਦਾ ਜਿਹਦਾ ਮੂੰਹ ਤੇ ਕੰਟਰੋਲ ਹੈ, ਜੇ ਖਾਣ ਤੇ ਹੈ ਤਾਂ ਉਹਦੀ ਸਿਹਤ ਠੀਕ ਹੈ, ਜੇ ਬੋਲਣ ਤੇ ਹੈ ਤੇ ਉਹਦੀ ਇੱਜ਼ਤ ਠੀਕ ਹੈ। ਵੇਖੋ ਕਮਾਲ ਦਾ ਨੁਕਤਾ ਹੈ। ਸਿਰ ਮੂੰਹ ਤੇ ਕੰਟਰੋਲ ਕਰਨਾ ਹੈ। ਜੇ ਬੋਲਣ ਤੇ ਕੰਟਰੋਲ ਕਰੋਗੇ ਤੁਹਾਡੀ ਇੱਜ਼ਤ ਨੂੰ ਕੋਈ ਖਤਰਾ ਨਹੀਂ। ਭਾਈ ਗੁਰਦਾਸ ਜੀ ਨੇ ਪਹਿਲਾਂ ਸਮਝਾਇਆ ਸੀ ਵੀ ਸਿੱਖੀ ਤੇ ਹੈ ਹੀ ਹੈ ਥੋੜਾ ਬੋਲਣਾ। ਹੁਣ ਅੱਜ ਹਾਲਾਤ ਤੁਸੀਂ ਵੇਖੋ, ਹਾਲਾਤ ਕੀ ਬਣ ਗਏ ਨੇ। ਮੇਰੇ ਬਜ਼ੁਰਗੋ, ਤੁਸੀਂ ਇੱਥੇ ਮੇਰੇ ਤੋਂ ਵੱਡੇ ਬੈਠੇ ਹੋ, ਤਾਂ ਤੁਸੀਂ ਇਹ ਯੁੱਗ ਵੇਖਿਆ ਜਦੋਂ ਕੋਈ ਬਹੁਤਾ ਬੋਲਦਾ ਸੀ ਉਹਨੂੰ ਕਪੱਤਾ ਕਹਿੰਦੇ ਸੀ। ਅੱਜ ਜਿਹੜਾ ਬਹੁਤਾ ਬੋਲੇ ਉਹਨੂੰ ਸੱਚਾ ਕਹਿੰਦੇ ਨੇ। ਉਦੋਂ ਜਿਹੜਾ ਘੱਟ ਬੋਲਦਾ ਸੀ ਉਹਨੂੰ ਗੁਰਮੁਖ ਕਹਿੰਦੇ ਸੀ, ਜਿਹੜਾ ਅੱਜ ਘੱਟ ਬੋਲੇ ਉਹਨੂੰ ਝੂਠਾ ਕਹਿੰਦੇ ਨੇ। ਕਹਿੰਦੇ ਜ਼ਰੂਰ ਇਹਦੇ 'ਚ ਕੋਈ ਕਮੀ ਪੇਸ਼ੀ ਹੋਏਗੀ। ਮਤਲਬ ਯੁੱਗ ਹੀ ਬਦਲ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੰਦਿਆ ਤੂੰ ਜੇਬਾਂ ਦੇ ਸਵਾਦ ਵਿੱਚ, ਲੋਭ ਵਿੱਚ, ਨਸ਼ੇ ਵਿੱਚ ਇੰਨਾ ਮਸਤ ਹੈ, ਤੈਨੂੰ ਇਹ ਨਹੀਂ ਪਤਾ ਕਿ ਇਹਦੇ ਤੋਂ ਵਕਾਰ ਪੈਦਾ ਹੋ ਰਹੇ ਨੇ। ਸਾਰੇ ਰੋਗ ਇਹਦੇ ਵਿੱਚੋਂ ਹੀ ਜਨਮ ਲੈਂਦੇ ਨੇ। ਹਾਂਜੀ।
ਬਹੁਤ ਜੋਨ ਭਰਮਤ ਦੁਖ ਪਾਇਆ, ਹਉ ਮੈਂ ਬੰਧਨ ਕੇ ਭਾਰਾ। ਬਹੁਤੀਆਂ ਜੂਨਾਂ ਦੇ ਜਿਹੜੇ ਇਹ ਆਵਾਗਮਨ ਨੇ, ਇਹ ਵੀ ਇੱਥੋਂ ਤੈਨੂੰ ਪ੍ਰਾਪਤ ਹੋਣੇ ਨੇ। ਉਹਨਾਂ ਦਾ ਦੁੱਖ ਵੀ ਤੈਨੂੰ ਇੱਥੋਂ ਹੀ ਭੋਗਣਾ ਪੈਣਾ ਹੈ। ਇਹ ਜਿਹੜੀ ਹਉਮੈ ਹੈ, ਇਹ ਬੰਧਨ ਦੇ ਭਾਰ ਨੇ। ਜਿੰਨਾ ਮਰਜ਼ੀ ਵਧਾ ਲੈ, ਜਿੰਨਾ ਮਰਜ਼ੀ ਕਰੀ ਜਾ। ਹਾਂਜੀ। ਦੇ ਕਿਵਾੜ ਅਨੇਕ ਪੜ ਦੇ ਮਹਿ, ਪਰਦਾਰਾ ਸੰਗ ਫਾਕੈ। ਹੁਣ ਇਸ ਤੋਂ ਵੱਡੀ ਹੋਰ ਕੋਈ ਉਦਾਹਰਣ ਨਹੀਂ ਹੋ ਸਕਦੀ ਕਿ ਜਦੋਂ ਮਨੁੱਖ ਇਹ ਕੁਕਰਮ ਕਮਾਉਂਦਾ ਹੈ ਤੇ ਸਭ ਤੋਂ ਵੱਧ ਉਹ ਪਰਦਾ ਕਰਨ ਦਾ ਯਤਨ ਕਰਦਾ ਹੈ। ਹਾਂਜੀ। ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਪਰ ਉੱਥੇ ਵੀ ਉਹ ਜਿਹੜੇ ਰੱਬ ਦੇ ਬਿਠਾਏ ਹੋਏ ਚਿੱਤਰ ਤੇ ਗੁਪਤ ਨੇ, ਜਦੋਂ ਉਹਨਾਂ ਨੇ ਸਾਰੀਆਂ ਰਿਕਾਰਡਿੰਗ ਤੇਰੇ ਅੱਗੇ ਰੱਖੀਆਂ ਤੇ ਕੀ ਬਣੂਗਾ? ਤਬ ਕੌਣ ਪੜਦਾ ਤੇਰਾ ਢੱਕ ਹੈ। ਉੱਥੇ ਤੇਰੀ ਇੱਜ਼ਤ ਕੌਣ ਰੱਖੇਗਾ? ਉੱਥੇ ਤੇਰਾ ਭਰਮ ਭਾ ਕੋਈ ਨਹੀਂ ਰਹਿਣਾ। ਸਾਰੇ ਐਵੀਡੈਂਸ ਉਹਨਾਂ ਦੇ ਕੋਲ ਨੇ ਔਰ ਅੱਜ ਦੇ ਨਹੀਂ ਹੈਗੇ। ਬੜਾ ਪੁਰਾਣਾ ਸਿਸਟਮ ਹੈ, ਲੱਖਾਂ ਸਾਲ ਹੋ ਗਏ ਇਹਨੂੰ ਚੱਲਦੇ ਆ। ਆਮ ਜਿਹੜੀ ਸੀਸੀ ਕੈਮਰੇ ਦੀ ਰਿਕਾਰਡਿੰਗ ਹੈ ਨਾ, ਉਹ ਹਫਤਾ ਮਹੀਨਾ ਇੰਨੀ ਕੀ ਰਹਿੰਦੀ ਹੈ। ਉਹਨੂੰ ਫਿਰ ਸੇਵ ਕਰਨਾ ਪੈਂਦਾ, ਨਹੀਂ ਤੇ ਉਹ ਡਿਲੀਟ ਹੋ ਜਾਂਦੀ ਆਟੋਮੈਟਿਕ। ਇੱਥੇ ਕੁਝ ਨਹੀਂ ਹੁੰਦਾ। ਇਸ ਕਰਕੇ ਇਹ ਯਾਦ ਰੱਖੀ ਕਿ ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢੱਕ ਹੈ। ਉੱਥੇ ਕਿਹੜਾ ਕੌਣ ਬੰਦਾ ਪੜਦੇ ਪਾਏਗਾ? ਨਾ ਪੁਲਿਸ ਖਰੀਦੀ ਜਾਣੀ ਤੇਰੇ ਕੋਲੋਂ, ਨਾ ਜੱਜ ਖਰੀਦਿਆ ਜਾਣਾ ਤੇਰੇ ਕੋਲੋਂ। ਇਹ ਤਾਂ ਆਹੀ ਮੁਲਕ ਹੈ, ਆਹੀ ਧਰਤੀ ਹੈ। ਇਹ ਇਹੀ ਮਾਤ ਲੋਕ ਹੈ ਜਿੱਥੇ ਤੂੰ ਸਾਰੀਆਂ ਹੇਰਾ ਫੇਰੀਆਂ ਕਰਨ ਦਾ ਤੂੰ ਮਾਸਟਰ ਵੀ ਹੈ ਤੇ ਮਾਸਟਰ ਮਾਈਂਡ ਵੀ ਹੈ। ਇਕੱਲਾ ਮਾਸਟਰ ਹੀ ਨਹੀਂ ਹੈ, ਇਹ ਹਰ ਕਰਮ ਕਰਤੂਤ ਦਾ ਮਾਸਟਰ ਮਾਈਂਡ ਹੈ ਬੰਦਾ ਇਸ ਧਰਤੀ ਤੇ। ਹਾਂਜੀ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ। ਤੇ ਫਿਰ ਕੀ ਕਰੀਏ? ਹੁਣ ਬੰਦਾ ਡਰ ਗਿਆ, ਸਮਝ ਆ ਗਈ ਵੀ ਮੈਂ ਤਾਂ ਚਲੋ ਅੱਗੋਂ ਤਾਂ ਪਾਪ ਨਹੀਂ ਕਰਾਂਗਾ। ਮੈਨੂੰ ਸਮਝ ਆ ਗਈ ਵੀ ਇੱਥੇ ਕੈਮਰੇ ਲੱਗੇ ਹੋਏ ਨੇ, ਪਰ ਜਿਹੜੀ ਰਿਕਾਰਡਿੰਗ ਹੋ ਚੁੱਕੀ ਉਹਦਾ ਕੀ ਕਰੀਏ? ਕਥਾ ਤੇ ਅੱਜ ਸੁਣੀ ਹੈ ਨਾ, ਤੇ ਬ੍ਰਹਮ ਗਿਆਨੀ ਤਾਂ ਹੈ ਨਹੀਂ ਵੀ ਪਿਛਲੀ ਜ਼ਿੰਦਗੀ ਵੀ ਸਾਡੀ ਠੀਕ ਠਾਕ ਹੈ। ਔਰੰਗਜ਼ੇਬ ਬਾਦਸ਼ਾਹ ਨੇ, ਇੱਕ ਈਰਾਨ ਦਾ ਸੰਤ ਹੋਇਆ ਸਰਮਦ, ਜਾਮਾ ਮਸਜਿਦ ਦੇ ਪਿੱਛੇ ਅੱਜ ਉਹਦੀ ਮਜ਼ਾਰ ਵੀ ਹੈਗੀ ਹੈ। ਉਹ ਜਿਉਂ ਈਰਾਨ ਤੋਂ ਤੁਰਿਆ ਪੈਦਲ ਇੰਡੀਆ ਆ ਗਿਆ, ਹਿੰਦੁਸਤਾਨ ਆ ਗਿਆ, ਦਿੱਲੀ ਵਿੱਚ ਆ ਗਿਆ। ਰਹਿੰਦਾ ਸੀ ਨੰਗਾ, ਕੱਪੜੇ ਨਹੀਂ ਸੀ ਪਾਉਂਦਾ। ਇੱਕ ਦਿਨ ਔਰੰਗਜ਼ੇਬ ਨੇ ਵੇਖਿਆ ਉਹਨੂੰ ਤੇ ਆਪਣੇ ਸਿਪਾਹੀਆਂ ਨੂੰ ਕਿਹਾ ਇਹਨੂੰ ਫੜੋ। ਉਹਨਾਂ ਨੇ ਕਿਹਾ ਵੀ ਇਹ ਤੇ ਇਦਾਂ ਦਾ ਹੀ ਹੈ ਜੀ, ਰਮਤਾ ਜਿਹਾ ਹੀ ਹੈ, ਸਾਧੂ ਹੈ, ਇਹ ਕੋਈ ਫਕੀਰ ਹੈ। ਕਹਿੰਦਾ ਚਲੋ ਫਿਰ ਇਹਨੂੰ 2 ਗਜ ਕੱਪੜਾ ਦਿਓ ਔਰ ਇਹਨੂੰ ਹਦਾਇਤ ਕਰੋ, ਤਾੜਨਾ ਕਰੋ ਕਿ ਆਪਣਾ ਨਗੇਜ਼ ਢੱਕ ਕੇ ਰੱਖੇ। ਉਹਨਾਂ 2 ਗਜ ਕੱਪੜਾ ਦੇ ਦਿੱਤਾ। ਇਹਨੇ ਕੱਪੜਾ ਫੜਿਆ, ਫਕੀਰ ਨੇ ਸਿਰ ਤੇ ਬੰਨ ਲਿਆ। ਰਾਜਾ ਚਲਾ ਗਿਆ, ਦੇਵਨੇਤ ਫਿਰ ਭੇਂਟ ਹੋ ਗਈ। ਹੁਣ ਬਾਦਸ਼ਾਹ ਨੂੰ ਗੁੱਸਾ ਚੜ ਗਿਆ ਵੀ ਮੈਂ ਤੈਨੂੰ ਕੱਪੜਾ ਵੀ ਦਿੱਤਾ ਤੇ ਤੂੰ ਆਪਣਾ ਨਗੇਜ਼ ਕਿਉਂ ਨਹੀਂ ਢੱਕਿਆ? ਫਿਰ ਇਹਨੇ ਬੜੇ ਅਦਬ ਨਾਲ ਕਿਹਾ, ਬਾਦਸ਼ਾਹ ਮੈਂ ਤੇਰੇ ਕੱਪੜੇ ਦਾ ਸਨਮਾਨ ਕੀਤਾ, ਮੈਂ ਤੇਰਾ ਕੱਪੜਾ ਸੁੱਟਿਆ ਥੋੜਾ। ਆ ਵੇਖ ਮੈਂ ਸਿਰ ਤੇ ਬੱਧਾ ਹੋਇਆ, ਤੇਰੀ ਦਿੱਤੀ ਚੀਜ਼ ਨੂੰ ਮੈਂ ਸਿਰ ਤੇ ਰੱਖਿਆ ਹੋਇਆ, ਹੋਰ ਦੱਸ ਮੈਂ ਕੀ ਕਰਾਂ? ਕਹਿੰਦਾ ਮੈਂ ਤੈਨੂੰ ਇਸ ਕੰਮ ਲਈ ਨਹੀਂ ਦਿੱਤਾ, ਮੈਂ ਤੈਨੂੰ ਦਿੱਤਾ ਨਗੇਜ਼ ਢੱਕਣ ਵਾਸਤੇ। ਉਹ ਕਹਿੰਦਾ ਮੇਰੇ ਕੋਲ ਹੈ ਹੀ ਕੁਛ ਨਹੀਂ ਢੱਕਣ ਲਈ।
ਕੱਪੜੇ ਦੀ ਲੋੜ ਬਾਦਸ਼ਾਹ ਤੈਨੂੰ ਹੈ, ਜਿਹਨੂੰ ਇਸ ਸ਼ਾਹੀ ਪੁਸ਼ਾਕ ਵਿੱਚ ਵੀ ਖਤਰਾ ਹੈ ਕਿ ਜੇ ਦੁਨੀਆ ਨੂੰ ਮੇਰੀ ਅਸਲੀਅਤ ਪਤਾ ਲੱਗ ਗਈ ਤੇ ਮੇਰਾ ਬਣੇਗਾ ਕੀ। ਸਾਨੂੰ ਖਤਰਾ ਹੈ ਜਿਹੜੇ ਆਪਾਂ ਸੋਹਣੇ ਸੋਹਣੇ ਕੱਪੜੇ ਪਾਉਂਦੇ ਆ ਨਾ, ਜਿਹੜੇ ਕੱਪੜਿਆਂ ਦੇ ਸਿਰ ਤੇ ਹੀ ਲੋਕਾਂ ਨੂੰ ਅਸੀਂ ਭਰਮਾਉਂਦੇ ਫਿਰਦੇ ਆ, ਕੱਪੜਿਆਂ ਦੇ ਸਿਰ ਤੇ ਅਸੀਂ ਦੁਨੀਆ ਵਿੱਚ ਆਪਣਾ ਭਰਮ ਭਾਵ ਬਣਾਈ ਫਿਰਦੇ ਆ। ਸਾਨੂੰ ਖਤਰਾ ਹੈ ਕਿ ਜਿੱਦਾਂ ਲੋਕਾਂ ਨੂੰ ਮੇਰੀ ਅਸਲੀਅਤ ਪਤਾ ਲੱਗੀ ਬਣੇਗਾ ਕੀ। ਤੁਸੀਂ ਯਕੀਨ ਕਰਨਾ, ਜਿਹੜਾ ਅਸੀਂ ਮੂੰਹ ਦਾ ਥੁੱਕ ਵੀ ਸੁੱਟਦੇ ਆ ਨਾ, ਉਹਦੇ ਲਈ ਵੀ ਥੋੜੀ ਜਿਹੀ ਥਾਂ ਠੀਕ ਹੋਣੀ ਚਾਹੀਦੀ ਹੈ। ਰੂੜੀ ਤੇ ਹੋਵੇ ਪਰ ਗੰਦੀ ਬਦਬੂ ਨਾ ਹੋਵੇ। ਜੇ ਬਹੁਤ ਗੰਦੀ ਬਦਬੂ ਵਾਲੀ ਜਗ੍ਹਾ ਹੋਵੇ ਤੇ ਬੰਦਾ ਉਸ ਪਾਸੇ ਮੂੰਹ ਕਰਕੇ ਆਪਣੇ ਮੂੰਹ ਦੀ ਥੁੱਕ ਵੀ ਨੀਚੇ ਸੁੱਟਦਾ। ਇਹ ਯਾਦ ਰੱਖਣਾ। ਹੁਣ ਆਪਣੇ ਮੂੰਹ ਦੀ ਥੁੱਕ ਤੋਂ ਮਾੜੀ ਚੀਜ਼ ਤਾਂ ਆਪਾਂ ਕਿਸੇ ਨੂੰ ਨਹੀਂ ਮੰਨਦੇ, ਪਰ ਉਹਨੂੰ ਸੁੱਟਣ ਲੱਗਿਆ ਵੀ ਤੁਹਾਨੂੰ ਵੇਖਣਾ ਪੈਂਦਾ ਵੀ ਕਿਤੇ ਉਦੋਂ ਗੰਦੀ ਥਾਂ ਤਾਂ ਨਹੀਂ ਹੈਗੀ। ਅਗਰ ਉਦੋਂ ਵੀ ਅੱਗੇ ਗੰਦੀ ਥਾਂ ਹੋਈ ਤੇ ਤੁਸੀਂ ਉਹ ਵੀ ਨੀਚੇ ਸੁੱਟਣੀ। ਤੇ ਚੇਤਾ ਰੱਖਣਾ, ਫਿਰ ਸਾਡੇ ਤੇ ਕਿਸੇ ਨੇ ਥੁੱਕਣਾ ਵੀ ਨਹੀਂ ਹੈ। ਜਦੋਂ ਸਾਡੀ ਅਸਲੀਅਤ ਪਤਾ ਲੱਗੀ ਕਿ ਅਸੀਂ ਕੌਣ ਆ, ਅਸੀਂ ਕੀ ਆ। ਆ ਤੇ ਮਹਾਰਾਜ ਨੇ ਪਰਦੇ ਪਾਏ ਹੋਏ ਨੇ, ਇਹ ਤਾਂ ਮਹਾਰਾਜ ਨੇ ਪਰਦੇ ਪਾਏ ਹੋਏ ਨੇ ਕਿ ਉਸ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ ਕਿ ਪ੍ਰੇਮ ਪਟੋਲਾ ਤੈਂ ਸ਼ੈ ਦਿੱਤਾ ਟੱਕਣ ਕੂਪਤ ਮੇਰੀ ਦਾਨਾ ਬੀਨਾ ਸਾਈਂ ਮੈਂਡਾ। ਇਹ ਤਾਂ ਉਸ ਪਰਮਾਤਮਾ ਨੇ ਮੇਰੀ ਪੱਤ ਢੱਕਣ ਵਾਸਤੇ ਇਹ ਕੱਪੜਾ ਦਿੱਤਾ ਹੋਇਆ ਹੈ। ਇਹ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਬਖਸ਼ਿਸ਼ ਰੂਪੀ ਕੱਪੜੇ ਨੇ ਸਾਡੀ ਸਾਰੀ ਪੱਤ ਢੱਕੀ ਹੋਈ ਹੈ। ਹਾਂਜੀ। ਕਾਢ ਲਿਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਈ। ਜਦੋਂ ਸਮਝ ਆ ਗਈ ਕਿ ਰਿਕਾਰਡਿੰਗ ਹੋ ਚੁੱਕੀ ਹੈ, ਅੱਗੋਂ ਤਾਂ ਬਚ ਜਾਵਾਂਗਾ, ਪਿਛਲੀ ਦਾ ਕੀ ਕਰਨਾ। ਸਤਿਗੁਰੂ ਕਹਿੰਦੇ ਫਿਰ ਬੇਨਤੀ ਕਰੀ, ਦੀਨ ਦਇਆਲ ਪੂਰਨ ਦੁੱਖ ਭੰਜਨ। ਇੱਥੇ ਮੇਰੇ ਬਾਬਾ ਜੀ ਪੂਰੇ, ਉਹ ਕਹਿੰਦਾ ਜੀ ਮੇਰੇ ਬਾਬਾ ਜੀ ਪੂਰੇ, ਉਹ ਕਹਿੰਦਾ ਸਾਡੇ ਸੰਤ ਪੂਰੇ, ਉਹ ਕਹਿੰਦਾ ਜੀ ਸਾਡੇ ਸੰਤ ਪੂਰੇ, ਉਹ ਕਹਿੰਦੇ ਸਾਡਾ ਬ੍ਰਹਮ ਗਿਆਨੀ ਪੂਰਾ ਹੈ। ਹੁਣ ਚੇਲੇ ਬਾਬਿਆਂ ਨੂੰ ਪੱਕਾ ਕਰਨ ਤੇ ਲੱਗੇ ਹੋਏ ਨੇ। ਮਤਲਬ ਇਹ ਕਹਿਣਗੇ ਵੀ ਪੱਕਾ ਕੌਣ ਹੈ। ਹਾਲਾਤ ਇਹ ਬਣ ਗਏ ਨੇ। ਬਾਬਾ ਆਪਣੇ ਆਪ ਚ ਪੂਰਨ ਨਹੀਂ ਹੈਗਾ। ਜੇ ਚੇਲੇ ਕਹਿਣਗੇ ਪੂਰਾ ਤੇ ਫੇਰ ਪੂਰਾ ਹੈ, ਜੇ ਚੇਲੇ ਮੁੱਕਰ ਜਾਣਗੇ ਤੇ ਬਾਬਾ ਅਧੂਰਾ ਹੋ ਜਾਏਗਾ। ਇਦਾਂ ਦਾ ਹਾਲਾਤ ਸਮਾਂ ਬਣ ਗਿਆ, ਮਾੜਾ ਸਮਾਂ ਹੈ। ਨਹੀਂ ਤਾਂ ਰੱਬ ਦੇ ਬਖਸ਼ੇ ਨੇ ਕਿਸੇ ਤੋਂ ਲੈਣਾ ਕੀ ਹੈ। ਰੱਬ ਨੇ ਬਖਸ਼ੇ ਨੇ ਤਾਂ ਕਿਸੇ ਤੋਂ ਕੁਝ ਨਹੀਂ ਲੈਣਾ। ਉਹਨੂੰ ਤਾਂ ਕੋਈ ਭਲਾ ਕਹੋ ਕੋਈ ਬੁਰਾ ਕਹੋ, ਕੀ ਫਰਕ ਪੈਂਦਾ ਹੈ। ਹਮ ਤਨ ਦਿਓ ਹੈ ਢਾਰ। ਅਰਦਾਸ ਕਰ ਦੀਨਾ ਤੇ ਦਇਆ ਕਰਨ ਵਾਲਿਆ, ਪੂਰਨ ਪਰਮਾਤਮਾ ਦੁੱਖ ਕੱਟਣ ਵਾਲਿਆ, ਤੁਮ ਬਿਨ ਓਟ ਨਾ ਕਾਈ। ਤੇਰੇ ਬਿਨਾ ਮੇਰੀ ਕੋਈ ਓਟ ਨਹੀਂ ਹੈ। ਹੁਣ ਮੈਨੂੰ ਸਮਝ ਆ ਗਈ, ਕਿਉਂਕਿ ਜਿਹੜਾ ਉਹ ਰਿਕਾਰਡਿੰਗ ਵਾਲਾ ਹੈ ਨਾ, ਉਹਦਾ ਪਾਸਵਰਡ ਤੇਰੇ ਕੋਲੇ ਹੈ। ਉਹਦਾ ਸਾਰਾ, ਉਹਦੀ ਚਾਬੀ ਤੇਰੇ ਕੋਲ ਹੈ। ਮਤਲਬ ਰਿਕਾਰਡਿੰਗ ਹੋ ਚੁੱਕੀ ਹੈ। ਉਹ ਜਿਹੜਾ ਸਰਵਰ ਰੂਮ ਹੈ ਉਹਦਾ ਕੰਟਰੋਲ ਤੇਰੇ ਕੋਲ ਹੈ। ਹੁਣ ਵਿਚਕਾਰ ਕੋਈ ਬੰਦੇ ਆ ਵੀ ਜਾਣ ਤੇ ਕੀ ਕਰਨਗੇ ਉਹ ਦੱਸੋ। ਅਗਰ ਤੁਹਾਡੀ ਰਿਕਾਰਡਿੰਗ ਹੋ ਚੁੱਕੀ ਹੈ ਤੇ ਤੁਹਾਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਵੀ ਉਹਨੂੰ ਡਿਲੀਟ ਕੌਣ ਕਰ ਸਕਦਾ ਹੈ, ਜਿਹਦੇ ਕੋਲੇ ਉਹਦਾ ਪਾਸਵਰਡ ਹੋਏਗਾ। ਛੱਡ ਦਿਓ ਰਾਹ ਵਾਲੇ ਬੰਦਿਆਂ ਨੂੰ, ਇਹ ਪਾਸਵਰਡ ਸਿਰਫ ਪਰਮਾਤਮਾ ਕੋਲੇ ਹੈ। ਉਹਨੂੰ ਹੁਣ ਆਪਾਂ ਹੱਥ ਜੋੜ ਕੇ ਕਹੀਏ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਤੁਮ ਬਿਨ ਓਟ ਨਾ ਕਾਈ। ਹਾਂਜੀ। ਕਾਢ ਲਿਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਈ। ਸਤਿਗੁਰੂ ਵੱਡੇ ਸਤਿਗੁਰਾਂ ਦਾ ਨਾਂ ਦਰਜ ਕਰਕੇ ਗੁਰੂ ਨਾਨਕ ਸਾਹਿਬ ਦਾ ਬੇਨਤੀ ਕਰਦੇ ਨੇ, ਨਾਨਕ ਪ੍ਰਭ ਸ਼ਰਨਾਈ। ਮੈਂ ਨਾਨਕ ਤੁਹਾਡੀ ਸ਼ਰਨ ਵਿੱਚ ਹਾਂ। ਕਾਢ ਲਿਹੋ ਸੰਸਾਰ ਸਾਗਰ ਮੈਂ
ਮੈਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਤੁਸੀਂ ਬਾਹਰ ਕੱਢ ਲਿਓ, ਮੈਨੂੰ ਬਚਾ ਲਿਓ, ਮੇਰੀ ਰੱਖਿਆ ਕਰਿਓ। ਇੰਨੇ ਸ਼ਬਦ ਪ੍ਰਵਾਨ ਕਰਨਾ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਮੇਰੇ ਸਤਿਗੁਰੂ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ ਇਹ 2 ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦਿਆਂ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਸਿੰਘ ਸਾਹਿਬ ਜੀ ਪਾਸੋਂ ਆਪਣੀ ਸੇਵਾ ਆਪ ਲੈਣ, ਸਿਹਤ ਜਾਬੀ ਬਖਸ਼ਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਹੈ, ਉਹਦੀਆਂ ਅੰਤਲੀਆਂ ਜੋ ਤੁਕਾਂ ਨੇ, ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ। ਕਾਢ ਲਿਓ ਸੰਸਾਰ ਸਾਗਰ ਮਹਿ, ਨਾਨਕ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।